ਇਸ ਮਸੀਹ ਦੇ ਬਾਬਰਕਤ ਤੇ ਜਲਾਲੀ ਨਾਂ ਦੇ ਵਿੱਚ ਅਸੀਂ ਸਾਰੇ ਆਪਣੇ ਮਸੀਹ ਭੈਣ ਭਰਾਵਾਂ ਨੂੰ ਸਲਾਮ ਪੇਸ਼ ਕਰਦੇ ਹਾਂ, ਸ਼ਾਲੋਮ ਆਖਦੇ ਹਾਂ, ਜੈ ਮਸੀਹ ਦੀ ਆਖਦੇ ਹਾਂ ਔਰ ਦਿਲ ਦੀਆਂ ਥਾ ਗਹਿਰਾਈਆਂ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਸੁਣਦੇ ਜੇ ਤੇ ਦੂਜਿਆਂ ਦੇ ਨਾਲ ਸ਼ੇਅਰ ਕਰਦੇ ਜੇ, ਇਹਨੂੰ ਪਸੰਦ ਕਰਦੇ ਜੇ ਤੇ ਸਾਨੂੰ ਆਪਣੇ ਕਮੈਂਟਸ ਦੇ ਕੇ ਦੱਸਦੇ ਜੇ ਕਿ ਤੁਹਾਨੂੰ ਪੈਗਾਮ ਕਿਸ ਤਰ੍ਹਾਂ ਲੱਗਿਆ ਹੈ। ਇਹ ਪੈਗਾਮ ਕ੍ਰਾਈਸਟਚਰਚ ਪਾਕਿਸਤਾਨ ਦੀ ਤਰਫੋਂ ਪੇਸ਼ ਕੀਤਾ ਜਾਂਦਾ ਹੈ। ਅੱਜ ਦਾ ਖਸੂਸੀ ਪੈਗਾਮ ਜਿਹੜਾ ਵਾ ਉਹ ਪੰਜਾਬੀ ਜ਼ਬਾਨ 'ਚ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਭੈਣ ਭਰਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰਹਿੰਦੇ ਨੇ ਉਹ ਇਸ ਕਲਾਮ ਨੂੰ ਸੁਣ ਸਕਣ, ਇਸ ਕਲਾਮ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਣ ਔਰ ਖੁਦਾ ਦੇ ਕਲਾਮ ਤੇ ਅਮਲ ਕਰਕੇ ਇੱਕ ਚੰਗੇ, ਸਾਫ ਸੁਥਰੇ, ਕਾਮਯਾਬ ਤੇ ਫਤਿਹਮੰਦ ਮਸੀਹ ਬਣਨ। ਅੱਜ ਦੇ ਪੈਗਾਮ ਦਾ ਅਨੁਮਾਨ ਆ ਮਸੀਹੀ ਖਾਨਦਾਨ ਜਾਂ ਮਸੀਹੀ ਘਰਾਨਾ ਜਾਂ ਮਸੀਹੀ ਟੱਬਰ ਜਾਂ ਮਸੀਹੀ ਕੁਨਬਾ। ਔਰ ਅੱਜ ਦਾ ਪੈਗਾਮ ਅਸੀਂ ਜ਼ਬੂਰ ਦੀ ਕਿਤਾਬ ਜ਼ਬੂਰ ਨੰਬਰ 128 ਉਹਦੀ ਪਹਿਲੀ ਆਇਤ ਤੋਂ ਲੈ ਕੇ ਤੇ 6 ਆਇਤ ਤੱਕ ਜਿਹੜਾ ਹੈ ਉਹ ਲਿਆ ਹੈ ਔਰ ਸਾਡੇ ਵਾਸਤੇ ਖੁਦਾਵੰਦ ਦਾ ਕਲਾਮ ਪੜ੍ਹਨ ਲਈ ਕ੍ਰਾਈਸਟਚਰਚ ਪਾਕਿਸਤਾਨ ਦੇ ਪਾਸਟਰ ਚੰਦਾ ਸਾਡੇ ਕੋਲ ਮੌਜੂਦ ਨੇ। ਅਸੀਂ ਦਰਖਾਸਤ ਕਰਾਂਗੇ ਕਿ ਉਹ ਸਾਡੇ ਵਾਸਤੇ ਖੁਦਾਵੰਦ ਦਾ ਕਲਾਮ ਪੜ੍ਹਨ। ਆਓ ਖੁਦਾਵੰਦ ਦਾ ਕਲਾਮ ਉਹਨਾਂ ਦੀ ਜ਼ਬਾਨੀ ਸੁਣੀਏ। ਸਲਾਮ ਸਾਰੇ ਭੈਣ ਭਰਾਵਾਂ ਨੂੰ। ਅਸੀਂ ਪੜ੍ਹਾਂਗੇ ਜ਼ਬੂਰ 28। ਧੰਨ ਹੈ ਹਰੇਕ ਜੋ ਯਹੋਵਾ ਦਾ ਬੈ ਮੰਨਦਾ ਹੈ ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ। ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਗਾ, ਤੂੰ ਧਨ ਹੋਵੇਗਾ ਅਤੇ ਤੇਰਾ ਭਲਾ ਹੋਏਗਾ। ਤੇਰੀ ਵੋਟੀ ਫਲ ਦਾ ਦਾਖ ਵਾਂਗੂ ਤੇਰੇ ਘਰ ਦੇ ਅੰਦਰ ਹੋਏਗੀ, ਤੇਰੇ ਬੱਚੇ ਜੈਤੂਨ ਦੇ ਬੂਟਿਆਂ ਵਾਂਗੂ ਤੇਰੇ ਮੇਜ਼ ਦੇ ਆਲੇ ਦੁਆਲੇ ਹੋਣਗੇ। ਵੇਖੋ ਉਹ ਮਰਦ ਮੁਬਾਰਕ ਹੋਏਗਾ ਜਿਹੜਾ ਯਹੋਵਾ ਦਾ ਬੈ ਮੰਨਦਾ ਹੈ। ਯਹੋਵਾ ਸਿਯੋਨ ਤੋਂ ਤੈਨੂੰ ਬਰਕਤ ਦੇਵੇ ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਾਈ ਵੇਖੇ ਅਤੇ ਆਪਣੇ ਦੋਤੇ पोते ਵੇਖੇ। इज़राइल उते सलामती होवे। पाक कलाम का पढ़ा और सुना जाना हम सब के लिए भाई से बरकत हो। खुदा का शुक्र हो, आमीन। बहुत शुक्रिया पास्टर चंदा ਤੁਹਾਡਾ ਕਿ ਤੁਸੀਂ ਖੁਦਾਵੰਦ ਦਾ ਕਲਾਮ ਸਾਡੇ ਵਾਸਤੇ ਪੜ੍ਹਿਆ ਹੈ ਔਰ ਸੱਚ ਹੈ ਕਿ ਖੁਦਾ ਦੇ ਕਲਾਮ 'ਚ ਲਿਖਿਆ ਹੈ ਭਈ ਈਮਾਨ ਜਿਹੜਾ ਹੈ ਉਹ ਸੁਣਨਾ ਪੈਦਾ ਹੁੰਦਾ ਹੈ ਤੇ ਸੁਣਨਾ ਮਸੀਹ ਦੇ ਕਲਾਮ ਦੇ ਨਾਲ। ਇਸ ਪੈਗਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ 3 ਸਵਾਲ ਪੁੱਛਣਾ ਚਾਹੁੰਦਾ ਹਾਂ। ਸਵਾਲ ਨੰਬਰ 1 ਆ ਕਿ ਖਾਨਦਾਨ ਦੇ ਵਿੱਚ ਜਾਂ ਘਰਾਣੇ ਦੇ ਵਿੱਚ ਜਾਂ ਕੁਨਬੇ ਦੇ ਵਿੱਚ ਜਾਂ ਟੱਬਰ ਦੇ ਵਿੱਚ ਕਿਹੜੇ 2 ਆਮ ਤਰੀਨ ਬੰਦੇ ਨੇ ਜਿਹੜੇ ਕਿ ਖਾਨਦਾਨ ਦੀ ਰੂਹਾਨੀ ਤਰਬੀਅਤ ਜਾਂ ਪਰਵਰਿਸ਼ ਦੇ ਜ਼ਿੰਮੇਦਾਰ ਹੁੰਦੇ ਨੇ। ਸਵਾਲ ਨੰਬਰ 2 ਕਿਆ ਮੀਆਂ ਤੇ ਬੀਵੀ ਦੋਵਾਂ ਦਾ ਪਹਿਲਾ ਫਰਜ਼ ਕੀ ਆ ਕਿ ਇੱਕ ਦੂਜੇ ਨੂੰ ਖੁਸ਼ ਕਰਨਾ ਜਾਂ ਖੁਦਾ ਨੂੰ ਖੁਸ਼ ਕਰਨਾ। ਸਵਾਲ ਨੰਬਰ 3 ਆ ਕਲਾਮ ਮੁਕੱਦਸ ਦੇ ਮੁਤਾਬਕ ਕਾਮਯਾਬ ਮਸੀਹੀ ਕੁਨਬੇ ਜਾਂ ਘਰਾਣੇ ਦੀ ਕਿਹੜੀਆਂ 2 ਵਜੂਹਾਤ ਨੇ, ਕਿਹੜੀਆਂ 2 ਐਸੀਆਂ ਉਹਦੇ ਵਿੱਚ ਚੀਜ਼ਾਂ ਪਾਈਆਂ ਜਾਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਖਾਨਦਾਨ ਇੱਕ ਕਾਮਯਾਬ ਤੇ ਖੁਦਾ ਦੀ ਪਸੰਦੀਦਾ ਤੇ ਬਾਬਰਕਤ ਜ਼ਿੰਦਗੀ ਗੁਜ਼ਾਰੇ। ਦੁਆ ਕਰਨ ਤੋਂ ਬਾਅਦ, ਬਹੁਤ ਸਾਰੇ ਗੌਰ ਖੌਸ ਕਰਨ ਤੋਂ ਬਾਅਦ ਅਸੀਂ ਇਹ ਪੈਗਾਮ ਦੇਣ ਲੱਗੇ ਹਾਂ ਤੇ ਪੈਗਾਮ ਦੇਣ ਦਾ ਮਤਲਬ ਆ ਕਿ ਸਾਡੇ ਮਸੀਹ ਖਾਨਦਾਨ ਜਿਹੜਾ ਹੈ ਸਭ ਤੋਂ ਪਹਿਲੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਸੀਹ ਖਾਨਦਾਨ ਹੁੰਦਾ ਕੀ ਆ। ਮੇਰੇ ਜ਼ਰਾ ਗੱਲ ਨੂੰ ਗੌਰ ਦੇ ਨਾਲ ਸੁਣਿਓ ਜੇ। ਬਹੁਤ ਸਾਰੇ ਦੁਨੀਆ ਦੇ ਵਿੱਚ ਐਸੇ ਲੋਕ ਨੇ ਜਿਹੜੇ ਮਸੀਹ ਘਰਾਣੇ ਦੇ ਵਿੱਚ ਪੈਦਾ ਤੇ ਹੋ ਜਾਂਦੇ ਨੇ
ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਮਸੀਹ ਖਾਨਦਾਨ ਹੁੰਦਾ ਕੀ ਆ। ਹੋ ਸਕਦਾ ਹੈ ਕਿ ਜਿਹੜਾ ਪਿਓ ਵਾ ਉਹ ਖਾਨਦਾਨ ਦੇ ਉਹਨਾਂ ਫਰਾਇਜ਼ ਨੂੰ ਨਹੀਂ ਨਿਭਾਉਂਦਾ। ਮਿਸਾਲ ਦੇ ਤੌਰ ਤੇ ਉਹ ਬੁਰਿਆਂ ਕੰਮਾਂ 'ਚ ਪੈ ਗਿਆ ਹੈ, ਬੁਰੀ ਸੋਭਤ 'ਚ ਪੈ ਗਿਆ ਹੈ, ਸ਼ਰਾਬ ਪੀ ਕੇ ਆਉਂਦਾ ਹੈ, ਜੂਆ ਖੇਡਦਾ ਹੈ, ਕਮਾਈ ਨਹੀਂ ਕਰਦਾ ਔਰ ਘਰ ਦੇ ਖਾਨਦਾਨ ਦਾ ਸਰਬਰਾਹ ਹੋਣ ਦਾ ਜਿਹੜਾ ਵਾ ਉਹ ਫਰਜ਼ ਨਹੀਂ ਨਿਭਾਉਂਦਾ। ਜਾਂ ਹੋ ਸਕਦਾ ਵਾ ਕਿ ਜਿਹੜੀ ਮਾਂ ਹੈ ਉਹ ਜ਼ਿਆਦਾਤਰ ਆਪਣੇ ਹਾਰ ਸ਼ਿੰਗਾਰ ਤੇ, ਆਪਣੇ ਮੇਲ ਵਰਤਨ ਤੇ, ਆਪਣੇ ਦੇਣ ਲੈਣ ਤੇ, ਆਪਣੇ ਕੰਮ ਕਾਜ ਦੇ ਵਿੱਚ ਰੁਚੀ ਹੋਈ ਆ ਤੇ ਉਹ ਆਪਣੀ ਡਿਊਟੀ ਜਾਂ ਆਪਣੇ ਫਰਜ਼ ਨੂੰ ਇੱਕ ਚੰਗੀ ਤਰ੍ਹਾਂ ਨਹੀਂ ਨਿਭਾਉਂਦੀ, ਜਿਹਦੀ ਵਜ੍ਹਾ ਤੋਂ ਨਾ ਤੇ ਉਹਦੇ ਬੱਚੇ ਜਿਹੜੇ ਨੇ ਉਹ ਪੜ੍ਹ ਸਕਦੇ ਨੇ, ਨਾ ਹੀ ਉਹ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਦੇ ਨੇ, ਤੇ ਨਾ ਹੀ ਉਹਨਾਂ ਨੂੰ ਪਤਾ ਹੈ ਕਿ ਮਸੀਹੀ ਘਰਾਣਾ ਕੀ ਹੁੰਦਾ ਹੈ। ਹੁਣ ਕੁਝ ਲੋਕ ਐਸੇ ਨੇ ਜਿਹੜੇ ਦਿਲਚਸਪੀ ਰੱਖਦੇ ਨੇ, ਖੁਦਾ ਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰਦੇ ਨੇ, ਖੁਦਾ ਦੇ ਕੋਲੋਂ ਬਰਕਤ ਹਾਸਲ ਕਰਦੇ ਨੇ। ਮੈਂ ਤੁਹਾਨੂੰ ਸਭ ਤੋਂ ਪਹਿਲੋਂ ਉਹ ਦੱਸਣਾ ਚਾਹੁੰਦਾ ਵਾਂ ਕਿ ਮਸੀਹੀ ਕੁਨਬਾ, ਮਸੀਹੀ ਖਾਨਦਾਨ ਜਾਂ ਮਸੀਹੀ ਟੱਬਰ ਹੁੰਦਾ ਕੀ ਆ। ਮੈਂ ਕਿਉਂ ਡਿਫਰੈਂਟ ਜਿਹੜੇ ਲਫ਼ਜ਼ ਇਸਤੇਮਾਲ ਕਰਦਾ ਵਾਂ, ਘਰਾਣਾ, ਕੁਨਬਾ, ਟੱਬਰ, ਫੈਮਿਲੀ ਜਾਂ ਖਾਨਦਾਨ, ਤਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਸਾਡੇ ਮਸੀਹੀ ਭੈਣ ਭਰਾ ਹੈ ਨੇ ਉਹ ਪੰਜਾਬੀ ਬੋਲਦੇ ਨੇ, ਪੰਜਾਬੀ ਸਮਝਦੇ ਨੇ, ਪੰਜਾਬੀ ਲਿਖਦੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਆਪਣੀ ਮਾਂ ਬੋਲੀ ਦੇ ਵਿੱਚ ਖਾਨਦਾਨ ਦੀ ਕੀ ਅਹਿਮੀਅਤ ਹੁੰਦੀ ਆ। ਮੇਰੇ ਅਜ਼ੀਜ਼ੋ, ਮਸੀਹੀ ਖਾਨਦਾਨ ਤੋਂ ਬਗੈਰ, ਮਸੀਹੀ ਟੱਬਰ ਤੋਂ ਬਗੈਰ ਨਾ ਤੇ ਖਾਨਦਾਨ ਜਿਹੜਾ ਵਾ, ਮਸੀਹੀ ਖਾਨਦਾਨ ਜਿਹੜਾ ਵਾ ਉਹ ਤਰੱਕੀ ਕਰ ਸਕਦਾ ਵਾ, ਤੇ ਨਾ ਹੀ ਉਹ ਜਿਹੜਾ ਵੱਧ ਸਕਦਾ ਵਾ, ਤੇ ਨਾ ਹੀ ਆਪਣੀ ਮੰਜ਼ਿਲ ਨੂੰ ਪਾ ਸਕਦਾ ਵਾ। ਮਸੀਹੀ ਖਾਨਦਾਨ ਜਿਹੜਾ ਹੈ ਉਹ ਮਸੀਹੀ ਕਲੀਸਿਆ ਦੇ ਵਿੱਚ ਇੰਝ ਆ ਜਿਵੇਂ ਲੱਕ ਦੇ ਵਿੱਚ ਹੱਡੀ ਹੁੰਦੀ ਆ, ਜਿਹਨੂੰ ਰੀੜ੍ਹ ਦੀ ਹੱਡੀ ਕਹਿੰਦੇ ਨੇ। ਜੇ ਸਾਡੀ ਰੀੜ੍ਹ ਦੀ ਹੱਡੀ ਮਜ਼ਬੂਤ ਨਹੀਂ ਤੇ ਸਾਡਾ ਜਿਸਮ ਬਹੁਤ ਕਮਜ਼ੋਰ ਆ, ਹਰ ਵਕਤ ਵਿੱਚ ਦਰਦ ਰਹਿੰਦੀ ਆ, ਪੀੜ ਰਹਿੰਦੀ ਆ, ਦੁੱਖ ਤੇ ਮੁਸੀਬਤਾਂ, ਤੇ ਨਾ ਤੇ ਇਨਸਾਨ ਕੰਮ ਕਰ ਸਕਦਾ ਹੈ ਤੇ ਨਾ ਹੀ ਇਨਸਾਨ ਜਿਹੜਾ ਤਰੱਕੀ ਕਰ ਸਕਦਾ। ਇਸ ਵਾਸਤੇ ਜੇ ਚਾਹੁੰਦੇ ਜੇ ਕਿ ਕਲੀਸਿਆ ਚੰਗੀ ਹੋਵੇ, ਮਸੀਹੀ ਬਰਾਦਰੀ ਜਿਹੜੀ ਚੰਗੀ ਹੋਵੇ, ਤੇ ਇਹਦੇ ਵਾਸਤੇ ਜ਼ਰੂਰੀ ਆ ਕਿ ਸਾਨੂੰ ਮਸੀਹੀ ਘਰਾਣੇ ਦਾ ਪਤਾ ਹੋਣਾ ਚਾਹੀਦਾ ਹੈ ਕਿ ਮਸੀਹੀ ਘਰਾਣਾ ਕੀ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੰਦ ਚੀਜ਼ਾਂ ਜਿਹੜੀਆਂ ਨੇ ਉਹ ਮਸੀਹੀ ਘਰਾਣੇ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਬਹੁਤ ਜ਼ਰੂਰੀ ਆ। 6 ਚੀਜ਼ਾਂ ਜਿਹੜੀਆਂ ਨੇ ਉਹ ਮੈਂ ਤੁਹਾਨੂੰ ਦੱਸਾਂਗਾ, ਜਿਹੜੀਆਂ ਕਿ ਤੁਹਾਨੂੰ ਕੁੱਟ ਕੇ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਨੇ। ਪਹਿਲੀ ਗੱਲ, ਮਸੀਹ ਖਾਨਦਾਨ ਜਿਹੜਾ ਹੈ ਉਹਦੇ 'ਚ ਮਸੀਹੀ ਮੁਹੱਬਤ ਨੂੰ ਪਾਇਆ ਜਾਣਾ ਚਾਹੀਦਾ ਹੈ। ਮੁਹੱਬਤ ਦਾ ਬੰਧਨ, ਜਿਹਨੂੰ ਫੈਮਿਲੀ ਬੌਂਡ ਕਹਿੰਦੇ ਨੇ। ਸਭ ਤੋਂ ਪਹਿਲੋਂ ਮਸੀਹੀ ਖਾਨਦਾਨ ਦੇ ਵਿੱਚ, ਮਸੀਹੀ ਕੁਨਬੇ ਦੇ ਵਿੱਚ ਜਿਹੜਾ ਮਾਂ ਤੇ ਪਿਓ ਵਾ ਉਹ ਬੱਚਿਆਂ ਦੇ ਵਾਸਤੇ ਇੱਕ ਨਮੂਨਾ ਨੇ। ਉਹਨਾਂ ਨੂੰ ਸਭ ਤੋਂ ਪਹਿਲੇ ਮੁਹੱਬਤ ਦੇ ਬੰਧਨ ਦੇ ਵਿੱਚ ਬੰਧਿਆ ਹੋਣਾ ਚਾਹੀਦਾ ਹੈ। ਉਹਨਾਂ ਦੇ ਵਿੱਚ ਇਕੱਠ ਹੋਣਾ ਚਾਹੀਦਾ ਹੈ, ਉਹਨਾਂ ਦੀ ਇੱਕ ਸੋਚ ਹੋਣੀ ਚਾਹੀਦੀ ਆ, ਉਹਨਾਂ ਦੇ ਇੱਕ ਮੰਜ਼ਿਲ ਹੋਣੀ ਚਾਹੀਦੀ ਆ, ਤਾਂ ਕਿ ਆਪਣੀ ਤੇ ਆਪਣੇ ਖਾਨਦਾਨ ਦੀ ਜਿਹੜੀ ਹੈ ਚੰਗੇ ਤਰੀਕੇ ਦੇ ਨਾਲ ਪ੍ਰਵੇਸ਼ ਕੀਤੀ ਜਾਏ। ਜਿਹੜਾ ਮਸੀਹ ਖਾਨਦਾਨ ਦਾ ਜਿੱਥੇ ਪਿਆਰ ਤੇ ਮੁਹੱਬਤ ਪਾਇਆ ਜਾਂਦਾ ਹੈ, ਉਹਦੇ ਵਿੱਚ ਬੱਚਿਆਂ ਦੀ ਪਰਵਰਿਸ਼ ਜਿਹੜੀ ਉਹ ਖੁਦਾ ਦੇ ਕਲਾਮ ਦੇ ਮੁਤਾਬਕ ਕੀਤੀ ਜਾਂਦੀ ਆ। ਉਹਨਾਂ ਦੀ ਤਰਬੀਅਤ, ਉਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਖੁਦਾ ਦੇ ਕਲਾਮ ਦੇ ਮੁਤਾਬਕ
ਕੀਤੀ ਜਾਂਦੀ ਆ, ਜਿਹਦੇ ਵਿੱਚ ਸਿਰਫ ਬੂਹੇ ਦੇ ਉੱਤੇ ਲਿਖ ਕੇ ਨਹੀਂ ਲਾਇਆ ਜਾਂਦਾ ਕਿ ਇਸ ਖਾਨਦਾਨ ਦਾ ਸਰਬਰਾਹ ਜਿਹੜਾ ਮਸੀਹ ਹੈ ਤਾਂ ਮਸੀਹ ਨੂੰ ਇੱਕ ਕੋਨੇ ਚ ਲਾਤਾ ਹੈ। ਨਹੀਂ, ਉਹ ਚ ਹਕੀਕੀ ਤੌਰ ਤੇ ਜਿਹੜਾ ਖੁਦਾ ਆ, ਜਿਹੜਾ ਯਿਸੂ ਮਸੀਹ ਆ, ਪਾਕ ਰੂਹ ਆ, ਉਹਨੂੰ ਪੂਰੀ ਇੱਜ਼ਤ ਦਿੱਤੀ ਜਾਂਦੀ ਆ ਤੇ ਉਹਦੇ ਮੁਤਾਬਕ ਜ਼ਿੰਦਗੀ ਬਸਰ ਕੀਤੀ ਜਾਂਦੀ ਆ। ਉਹ ਜਿਵੇਂ ਯਿਸੂ ਮਸੀਹ ਜਿਹੜਾ ਹੈ ਉਹ ਸਾਡਾ ਸਾਹ ਹੁੰਦਾ ਹੈ। ਜਿਸ ਤਰ੍ਹਾਂ ਇੱਕ ਸ਼ਾਇਰ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਕਿਹਾ ਹੈ, ਤੂੰ ਸੁਬਹ ਦੀ ਪਾਕ ਹਵਾ ਵਰਗਾ, ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ। ਤੂੰ ਸੁਬਹ ਦੀ ਪਾਕ ਹਵਾ ਵਰਗਾ, ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ, ਤੈਨੂੰ ਭੁੱਲਾਂ ਵੀ ਤੇ ਕਿਵੇਂ ਯਾਰਾ, ਖੁਦਾ ਨੂੰ ਕਹਿਣ ਡਿਆ, ਤੈਨੂੰ ਭੁੱਲਾਂ ਵੀ ਤੇ ਕਿਵੇਂ ਯਾਰਾ, ਤੂੰ ਆਉਂਦੇ ਜਾਂਦੇ ਸਾਹ ਵਰਗਾ। ਜਿਹੜਾ ਮਸੀਹ ਘਰਾਨਾ ਹੈ ਉਹਦੇ ਵਿੱਚ ਯਿਸੂ ਮਸੀਹ, ਪਾਕ ਰੂਹ ਤੇ ਖੁਦਾ ਬਾਪ ਜਿਹੜਾ ਹੈ ਉਹ ਸਾਡੇ ਸਾਹਾਂ 'ਚ ਧੜਕਣ ਦੀ ਤਰ੍ਹਾਂ, ਉਹਦੇ ਵਿੱਚ ਖੁਦਾ ਦੇ ਖੌਫ ਦੇ ਮੁਤਾਬਕ ਜ਼ਿੰਦਗੀ ਬਸਰ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਜ਼ਬੂਰ ਦੀ ਤਲਾਵਤ ਵਿੱਚ ਪਾਸਟਰ ਚੰਦਰ ਨੇ ਸਾਡੇ ਵਾਸਤੇ ਪੜ੍ਹਿਆ ਵਾ ਕਿ ਉਹਦੇ ਵਿੱਚ ਜਿਹੜੀ ਤੇਰੀ ਵਹੁਟੀ ਆ, ਤੇਰੇ ਖਾਨਦਾਨ ਦੇ ਵਿੱਚ ਤੇਰੀ ਬੀਵੀ ਜਿਹੜੀ ਹੈ ਉਹ ਇੱਕ ਫਲਦਾਰ ਦਰਖਤ ਦੀ ਮਾਨਤ ਆ, ਜਿਹੜਾ ਖੁਦਾਵੰਦ ਦੇ ਜ਼ਰੀਏ ਤੁਹਾਨੂੰ ਬਹੁਤ ਸਾਰੇ ਬਰਕਤਾਂ ਦਿੰਦਾ ਹੈ, ਬੱਚੇ ਦਿੰਦਾ ਹੈ ਔਰ ਖੁਸ਼ਹਾਲ ਘਰਾਨਾ ਹੁੰਦਾ ਹੈ। ਔਰ ਫਿਰ ਸਾਰੇ ਹੀ ਉਹ ਖਾਣੇ ਵਾਲੇ ਟੇਬਲ ਜਾਂ ਇੱਕ ਪੁੰਜੇ ਜਿੱਥੇ ਵੀ ਬਹਿੰਦੇ, ਤੁਸੀਂ ਦਰੀ ਵਿਛਾ ਕੇ ਜਾਂ ਕੋਈ ਖੇਸ ਵਿਛਾ ਕੇ ਜਾਂ ਚਾਦਰ ਵਿਛਾ ਕੇ ਬਹਿੰਦੇ, ਸਾਰੇ ਇਕੱਠੇ ਬਹਿੰਦੇ ਨੇ ਤੇ ਸਾਰੇ ਇੱਕ ਦੂਜੇ ਦਾ ਦੁੱਖ ਸੁੱਖ ਸ਼ੇਅਰ ਕਰਦੇ ਨੇ ਤੇ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਨੇ ਔਰ ਸਾਰੇ ਹੀ ਦੁਆ ਕਰਕੇ ਖਾਣੇ ਨੂੰ ਸ਼ੁਰੂ ਕਰਦੇ ਨੇ। ਇੱਕ ਮਸੀਹ ਘਰਾਨਾ ਸੀ, ਉਹਦੇ ਵਿੱਚ ਇੱਕ ਮਾਂ ਤੇ ਇੱਕ ਪਿਓ ਸੀ ਤੇ ਪਿਓ ਬਿਮਾਰ ਹੋ ਜਾਂਦਾ ਹੈ ਤੇ ਮਾਂ ਸਟਰਗਲ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਖਾਣਾ ਕਿੱਥੋਂ ਦੇਵੇ। ਹੁਣ ਉਹ ਹਰ ਰੋਜ਼ ਦੁਆ ਕਰਦੇ ਨੇ ਤੇ ਇੱਕ ਦਿਨ ਉਹਨਾਂ ਅਲਮਾਰੀ ਦੇ ਵਿੱਚ ਜਿਹੜੇ ਰੋਟੀਆਂ ਰੱਖੀਆਂ ਹੁੰਦੀਆਂ ਨੇ ਤੇ ਮਾਂ ਨੇ ਉਹਨੂੰ ਤਾਲਾ ਲਾ ਕੇ ਰੱਖਿਆ ਹੁੰਦਾ ਹੈ ਤਾਂ ਕਿ ਲੰਚ ਟਾਈਮ ਖੋਲ੍ਹਿਆ ਜਾਵੇ ਤੇ ਬੱਚਿਆਂ ਨੂੰ ਦਿੱਤਾ ਜਾਵੇ। ਜੇ ਪਹਿਲਾਂ ਦਿੱਤਾ ਜਾਏਗਾ ਤਾਂ ਕੋਈ ਇੱਧਰੋਂ ਕੱਢ ਕੇ ਇੱਧਰੋਂ ਕੱਢ ਕੇ ਦੇਗਾ ਤਾਂ ਸਾਰੇ ਮਿਲ ਕੇ ਖਾਣਾ ਨਹੀਂ ਖਾ ਸਕਣਗੇ। ਤੇ ਹੁਣ ਉਹਦੇ ਵਿੱਚ ਚੂੰਕਿ ਬਾਪ ਜਿਹੜਾ ਬਿਮਾਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਖਾਣਾ ਕੋਈ ਨਹੀਂ ਗਾ ਤੇ ਬੱਚੇ ਪੁੱਛਦੇ ਨੇ ਕਿ ਲੰਚ ਦਾ ਟਾਈਮ ਹੋ ਗਿਆ, ਮਾਂ ਸਾਨੂੰ ਕੋਈ ਖਾਣਾ ਤੇ ਦੇ, ਹੁਣ ਕੱਢ ਕੇ ਹੀ ਦੁਆ ਕਰੀਏ, ਕਿਉਂਕਿ ਹਰ ਰੋਜ਼ ਹੀ ਦੁਆ ਕਰਦੇ ਤੇ ਇਕੱਠੇ ਹੋਏ ਨੇ ਸਾਹਮਣੇ। ਤੇ ਉਹ ਕਹਿੰਦੇ ਆ ਕਿ ਖੁਦਾ ਪ੍ਰੋਵਾਈਡ ਕਰੇਗਾ। ਤੇ ਕੀ ਹੁੰਦਾ ਹੈ ਵੀ ਜਦੋਂ ਉਹ ਸਾਰੇ ਬਹਿੰਦੇ ਨੇ ਤੇ ਉਹ ਮਾਂ ਪਹਿਲਾਂ ਦੁਆ ਕਰਦੇ ਕਿ ਖੁਦਾਵੰਦਾ ਤੈਨੂੰ ਪਤਾ ਹੈ ਕਿ ਉਹਦੇ 'ਚ ਹੈ ਕੁਝ ਨਹੀਂ ਗਾ, ਤੂੰ ਸਾਨੂੰ ਖਾਣਾ ਪ੍ਰੋਵਾਈਡ ਕਰ। ਤੇ ਉਹ ਕੀ ਕਰਦੇ ਆ ਕਿ ਨਹਿਰ ਜਿਹੜੀ ਆ ਉਹਦਾ ਬੰਨ ਟੁੱਟ ਜਾਂਦਾ ਹੈ ਤੇ ਬਹੁਤ ਸਾਰਾ ਪਾਣੀ ਪਿੰਡ 'ਚ ਆ ਜਾਂਦਾ, ਮੱਛੀਆਂ ਰੋੜ ਕੇ ਉੱਥੋਂ ਆ ਜਾਂਦੀਆਂ ਨੇ ਤੇ ਉਹ ਮੱਛੀਆਂ ਫੜਦੇ ਨੇ, ਉਹਨੂੰ ਖਾਂਦੇ ਨੇ ਤੇ ਖੁਦਾਵੰਦ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਦਾ। ਇੱਕ ਹੋਰ ਬੰਦਾ ਜਿਹੜਾ ਕਿ ਮਸੀਹੀ ਹੋ ਗਿਆ ਸੀ, ਉਹਨੂੰ ਵੀ ਇੰਝ ਹੀ ਖੁਦਾਵੰਦ ਜਿਹੜਾ ਹੈ ਉਹ ਸਾਰਾ ਖਾਣਾ, ਤਾਜ਼ਾ ਖਾਣਾ ਜਿਹੜਾ ਵਾ ਉਹ ਮੁਹੱਈਆ ਕਰਦਾ ਹੈ। ਸਾਡਾ ਖੁਦਾ ਯਹੋਵਾ ਯਰੀ ਆ ਜਿਹੜਾ ਸਭ ਕੁਝ ਮੁਹੱਈਆ ਕਰਦਾ ਹੈ ਤੇ ਸਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਖਾਨਦਾਨ ਦੇ ਵਿੱਚ ਦੂਜੀ ਚੀਜ਼ ਜਿਹੜੀ ਪਾਈ ਜਾਂਦੀ ਆ ਉਹ ਆਰਾਮ ਔਰ ਤਹਫਜ਼। ਮਸੀਹੀ ਘਰਾਨਾ ਇੱਕ ਐਸੀ ਚੀਜ਼ ਆ ਜਿਹੜਾ ਕਿ ਇੱਕ ਜੰਨਤ ਦੀ ਤਰ੍ਹਾਂ ਹੈ। ਜਿੱਦਾਂ ਮਰਜ਼ੀ ਵੀ ਕੋਈ ਬੰਦਾ ਦੁਖੀ ਹੋਵੇ, ਜਿੰਨਾ ਮਰਜ਼ੀ ਵੀ ਕੋਈ ਬੰਦਾ ਪਰੇਸ਼ਾਨ ਹੋਵੇ, ਲੇਕਿਨ ਜਦੋਂ ਉਹ ਆਪਣੇ ਘਰ ਵਾਪਸ ਆਉਂਦਾ ਹੈ ਤੇ ਉਹਨੂੰ ਇੱਕ ਸਕੂਨ ਮਹਿਸੂਸ ਹੁੰਦਾ ਹੈ, ਉਹਨੂੰ ਇੱਕ ਅਹਿਸਾਸ ਹੁੰਦਾ ਹੈ, ਅਹਿਸਾਸ ਜ਼ਿੰਮੇਵਾਰੀ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਚੱਲਣਾ ਹੈ। ਤੀਜੀ ਗੱਲ ਜਿਹੜੀ ਹੈ ਵਾ ਉਹ ਮਿਲ ਜੁਲ ਕੇ ਰਹਿਣਾ। ਮਸੀਹ ਘਰਾਣੇ ਦੇ ਵਿੱਚ ਜਿਹੜਾ ਹੈ ਉਹ ਸਾਰੇ ਲੋਕੀ ਇਕੱਠੇ ਹੀ ਮਿਲ ਜੁਲ ਕੇ ਰਹਿੰਦੇ ਨੇ, ਇਕੱਠੇ ਹੀ ਖੇਲਦੇ ਨੇ, ਇਕੱਠੇ ਹੀ ਜਿਹੜੇ ਨੇ ਉਹ ਖੁਦਾ ਦੇ ਕਲਾਮ ਨੂੰ ਸਿੱਖਦੇ ਨੇ, ਪੜ੍ਹਾਈ ਕਰਦੇ ਨੇ, ਇਕੱਠੇ ਹੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਔਰ ਖਾਨਦਾਨ ਦੀ ਤਰੱਕੀ ਦੇ ਵਾਸਤੇ ਮਿਲ ਜੁਲ ਕੇ ਸਾਰੇ ਹੀ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਨੇ ਤੇ ਆਪਣਾ ਫਰਜ਼ ਨਿਭਾਉਂਦੇ ਨੇ। ਜਿਹੜੀ ਪੰਜਵੀਂ ਗੱਲ ਹੁੰਦੀ ਹੈ ਮਸੀਹ ਘਰਾਣੇ ਦੇ ਵਿੱਚ ਉਹ ਇਹ ਵਾ ਕਿ ਇੱਜ਼ਤੋ ਹਕੂਕ, ਯਾਨੀ ਇਹ ਗੱਲ ਕਿ ਮਸੀਹ ਖਾਨਦਾਨ ਦੇ ਵਿੱਚ ਇੱਕ ਦੂਸਰੇ ਦੀ ਇੱਜ਼ਤ ਕੀਤੀ ਜਾਂਦੀ ਆ। ਇਹ ਨਹੀਂ ਪੜਿਆ ਕਿ ਕੋਈ ਬੰਦੇ ਐਸੇ ਨੇ ਜਿਹੜੇ ਕਿ ਆਪਣੇ ਆਪ ਨੂੰ ਸ਼ੋਅ ਕਰਦੇ ਕਿ ਮੈਂ ਮਰਦ ਹਾਂ ਤੇ ਜੇ ਮੈਂ ਬਾਹਰ ਬੁੱਢੀ ਮੇਰੀ ਖਲੋਤੀ ਜਿਹੜੀ ਆ ਬਾਜ਼ਾਰ ਦੇ ਵਿੱਚ ਖਲੋਤੀ ਆ ਤੇ ਮੈਂ ਉਹਨੂੰ ਕੋਈ ਗੰਦਮੰਦ ਬਕਾਂਗਾ ਤੇ ਮੇਰੀ ਇੱਜ਼ਤ ਹੋਏਗੀ। ਨਹੀਂ, ਖੁਦਾਵੰਦ ਨੇ ਕਿਹਾ ਹੈ ਭਈ ਇਹ ਤੇਰੇ ਜਿਸਮ ਦਾ ਹਿੱਸਾ ਹੈ
ਤੇ ਤੂੰ ਨਹੀਂ ਚਾਹੁੰਦਾ ਕਿ ਤੇਰੇ ਜਿਸਮ ਦਾ ਕੋਈ ਵੀ ਹਿੱਸਾ ਬੇਇੱਜ਼ਤ ਹੋਵੇ। ਇਸ ਵਾਸਤੇ ਜ਼ਰੂਰਤ ਇਸ ਚੀਜ਼ ਦੀ ਆ ਕਿ बीवी ਜਿਹੜੀ ਆਪਣੇ ਬੰਦੇ ਦੀ ਜਿਹੜੀ ਕਿਆ ਇੱਜ਼ਤ ਕਰੇ ਤੇ ਬੰਦਾ ਜਿਹੜਾ ਹੈ ਆਪਣੀ बीवी ਦੀ ਇੱਜ਼ਤ ਕਰੇ, ਔਰ ਦੋਵੇਂ ਬੜੀ ਇੱਜ਼ਤ ਦੇ ਨਾਲ ਜਿਹੜੇ ਨੇ ਉਹ ਰਹਿਣ। ਔਰ ਇਸ ਤੋਂ ਇਲਾਵਾ ਦੋਵਾਂ ਦੇ ਹਕੂਕ ਨੇ, ਮੀਆਂ ਦੇ ਸ਼ੋਹਰ ਦੇ ਜਿਹੜੇ बीवी ਤੇ ਹਕੂਕ ਨੇ ਕਿ ਕੀ ਉਹਨੂੰ ਕਰਨਾ ਚਾਹੀਦਾ ਹੈ, ਤੇ बीवी ਜਿਹੜਾ ਵਾ ਉਹਨੂੰ ਪਤਾ ਹੈ ਕਿ ਸ਼ੋਹਰ ਨੂੰ ਕੀ ਕਰਨਾ ਚਾਹੀਦਾ ਹੈ, ਤੇ ਦੋਵਾਂ ਨੂੰ ਇੱਕ ਦੂਜੇ ਦੇ ਹਕੂਕ ਜਿਹੜੇ ਨੇ ਤੇ ਆਪਣੇ ਬੱਚਿਆਂ ਦੇ ਹਕੂਕ ਜਿਹੜੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ। ਔਰ ਸ਼ਾਦੀ ਦੇ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਆ ਕਿ ਇੱਕ ਦੂਜੇ ਖਾਨਦਾਨ, ਮਸੀਹ ਖਾਨਦਾਨ ਦੇ ਵਿੱਚ ਇੱਕ ਦੂਜੇ ਤੇ ਇਤਬਾਰ ਕੀਤਾ ਜਾਏ, ਇੱਕ ਦੂਜੇ ਦੀ ਇੱਜ਼ਤ ਕੀਤੀ ਜਾਏ, ਇੱਕ ਦੂਜੇ ਦੀ ਫਰਮਾ ਬਰਦਾਰੀ ਕੀਤੀ ਜਾਵੇ, ਗੱਲ ਮੰਨੀ ਜਾਵੇ, ਔਰ ਇੱਕ ਦੂਜੇ ਦੇ ਨਾਲ ਹਰ ਹਾਲਤ ਦੇ ਵਿੱਚ ਵਫਾਦਾਰ ਰਿਹਾ ਜਾਵੇ। ਇੱਕ ਜਿਹੜਾ ਮਸੀਹ ਘਰਾਨਾ ਹੁੰਦਾ ਹੈ ਉਹ ਇਮਾਨਦਾਰ ਤੇ ਦਿਆਨਤਦਾਰ ਘਰਾਨਾ ਹੁੰਦਾ ਹੈ। ਚੌਥੀ ਆ ਆਖਰੀ ਗੱਲ ਜਿਹੜੀ ਕਰ ਲੱਗੇ, 6ਵੀਂ, ਕਿ ਮਸੀਹ ਦੀ ਰੋਸ਼ਨੀ। ਮੇਰੇ ਸੀਸੋ, ਦੋ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਆ। ਇੱਕ ਹਨੇਰੇ ਦੇ ਵਿੱਚ ਰਹੀਦਾ ਹੈ, ਜਿਹਦੇ ਬਾਰੇ ਚ ਜਸਾਇਆ ਕਹਿੰਦਾ ਕਿ ਉਹਨਾਂ ਨੂੰ ਰਾਹ ਵਿਖਾ ਜਿਹੜੇ ਅੱਖਾਂ ਰੱਖਦੇ ਨੇ ਪਰ ਵੇਖਦੇ ਨਹੀਂ ਗੇ, ਕੰਨ ਰੱਖਦੇ ਨੇ ਪਰ ਸੁਣਦੇ ਨਹੀਂ ਗੇ, ਦਿਮਾਗ ਰੱਖਦੇ ਨੇ ਪਰ ਸਮਝਦੇ ਨਹੀਂ ਗੇ। ਇਹਨੂੰ ਕਹਿੰਦੇ ਨੇ ਕਿ ਰੂਹਾਨੀ ਤਾਰੀਕੀ ਜਾਂ ਜ਼ਿੰਦਗੀ ਨੇਰ ਤੇ ਕੁੱਪ ਘੇਰ। ਦੂਜੀ ਗੱਲ ਜਿਹੜੀ ਹੈ ਉਹ ਵਾ ਕਿ ਮਸੀਹ ਦੀ ਰੋਸ਼ਨੀ। ਕੀ ਮਤਲਬ ਹੈ? ਮਸੀਹੀ ਘਰਾਣੇ ਦੇ ਵਿੱਚ ਯਿਸੂ ਮਸੀਹ ਦੀ ਰੋਸ਼ਨੀ ਦੀ ਜਿਹੜਾ ਨੂਰ ਹੈ, ਉਹਨੇ ਕਿਹਾ ਮੈਂ ਜ਼ਿੰਦਗੀ ਦਾ ਨੂਰ ਹੈ। ਤੇ ਨਾ ਸਿਰਫ ਉਹਨੇ ਇਹ ਗੱਲ ਕੀਤੀ ਬਲਕਿ ਉਹਨੇ ਕਿਹਾ ਕਿ ਤੁਸੀਂ ਵੀ ਦੁਨੀਆ ਦਾ ਨੂਰ ਜੇ ਤੇ ਜ਼ਮੀਨ ਦਾ ਨਮਕ ਜੇ। ਆਪਣੇ ਚਾਲ ਚਲਨ ਤੋਂ, ਆਪਣੇ ਬੋਲ ਚਾਲ ਤੋਂ, ਆਪਣੇ ਮੇਲ ਮਿਲਾਪ ਤੋਂ ਤੁਸੀਂ ਦੂਜਿਆਂ ਨੂੰ ਦੱਸਣਾ ਹੈ ਕਿ ਮਸੀਹ ਦੀ ਰੋਸ਼ਨੀ ਕੀ ਆ। ਔਰ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਜਿਹੜਾ ਹੈ ਉਹ ਸਮਾਇਆ ਹੋਇਆ, ਤੁਹਾਡੀ ਜ਼ਿੰਦਗੀ ਜਿਹੜੀ ਯਿਸੂ ਮਸੀਹ ਦੇ ਮਰਜ਼ੀ ਦੇ ਮੁਤਾਬਕ ਚੱਲਦੀ ਹੈ, ਕਲਾਮ ਦੀ ਰੋਸ਼ਨੀ ਦੇ ਵਿੱਚ ਚੱਲਦੀ ਹੈ। ਜਿਸ ਤਰ੍ਹਾਂ ਉਹਨੇ ਕਿਹਾ ਹੈ ਕਿ ਤੇਰਾ ਕਲਾਮ ਮੇਰੇ ਕਦਮੋਂ ਕੇ लिए चिराग और मेरी राह के लिए रोशनी है। ਹੁਣ ਇਹਦੇ ਮਸੀਹ ਖਾਨਦਾਨ ਦੇ ਤਿੰਨ ਅਹਿਮ ਤਰੀਨ ਹਿੱਸੇ ਹੁੰਦੇ ਨੇ। ਪਹਿਲੇ ਦੇ ਵਿੱਚ ਆ, ਮੇਰੀ ਗੱਲ ਨੂੰ ਸਮਝੋ, ਮੈਂ ਸਿਰਫ ਤੁਹਾਡੇ ਵਾਸਤੇ ਦੇਣ ਰਿਹਾ ਤਾਂ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਸਮਝ ਜਾਵੋ। ਅੱਜ ਅਗਰ ਤੁਸੀਂ ਸਮਝ ਗਏ ਤੇ ਅੱਜ ਆਪਣੀ ਜ਼ਿੰਦਗੀ ਨੂੰ ਅਗਰ ਤੁਸੀਂ ਸੰਵਾਰ ਗਏ ਤੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਸੰਵਰ ਜਾਂਦੀਆਂ ਨੇ। ਇਹਦੇ ਵਿੱਚ ਹੁੰਦਾ ਹੈ ਨੰਬਰ 1 ਕਿ ਗॉड ਫੀਅਰ ਫਾਦਰ, ਖੁਦਾ ਤਰਸ ਬਾਪ। ਖੁਦਾ ਨੇ ਸ਼ੋਹਰ ਨੂੰ, ਬੰਦੇ ਨੂੰ, ਖਾਮੰਦ ਨੂੰ ਘਰ ਦਾ ਸਰਬਰਾਹ ਬਣਾਇਆ। ਉਹਦੇ ਕੋਲ ਕੀ ਹੋਣਾ ਚਾਹੀਦਾ ਹੈ? ਚੰਗੀ ਸੋਚ ਹੋਣੀ ਚਾਹੀਦੀ। ਉਹਦੇ ਕੋਲ ਕੀ ਹੋਣਾ ਚਾਹੀਦਾ ਹੈ? ਖੁਦਾ ਦਾ ਖੌਫ, ਖੁਦਾ ਦੇ ਕਲਾਮ ਦੀ ਫਰਮਾ ਬਰਦਾਰੀ 'ਚ, ਈਮਾਨ 'ਚ ਮਜ਼ਬੂਤੀ ਹੋਣੀ ਚਾਹੀਦੀ। ਉਹਦੇ ਕੋਲ ਇੱਕ ਰੋਇਆ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਖਾਨਦਾਨ ਨੂੰ ਇੱਥੋਂ ਕਿੱਧਰ ਨੂੰ ਲੈ ਕੇ ਜਾਣਾ ਹੈ। ਮੇਰੇ ਸੀਜ਼ੋ, ਇਹ ਮੈਨੂੰ ਐਕਸਕਿਊਜ਼ ਨਾ ਦੱਸਿਓ ਜੇ ਕਿ ਮੈਂ ਅਨਪੜ੍ਹਿਆ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਗਾ। ਅਨਪੜ੍ਹ ਦਾ ਮਤਲਬ ਜਾਹਿਲ ਖਰਗਸ ਨਹੀਂ। ਅਨਪੜ੍ਹ ਦਾ ਮਤਲਬ ਚਲੋ ਠੀਕ ਹੈ ਤੁਸੀਂ ਕਿਤਾਬਾਂ ਨਹੀਂ ਪੜ੍ਹ ਸਕਦੇ ਪਰ ਤੁਸੀਂ ਸੁਣ ਤੇ ਸਕਦੇ। ਅੱਜ ਕੱਲ੍ਹ ਜਿਹੜੇ ਨੇ ਅਸੀਂ ਕਲਾਮ ਪੇਸ਼ ਕਰਦੇ ਹਾਂ, ਬਹੁਤ ਸਾਰੇ ਹੋਰ ਕਲਾਮ ਨੇ ਪੇਸ਼ ਕਰਦੇ। ਚਰਚ ਤੁਹਾਡੇ ਕੋਲ ਮੌਜੂਦ ਆ, ਬਾਈਬਲ ਮੁਕੱਦਸ ਕਿਸੇ ਕੋ ਸੁਣ ਸਕਦੇ ਜੇ। ਬਹੁਤ ਸਾਰੇ ਵੀਡੀਓ ਜਿਹੜੇ ਨੇ ਇਸ ਤਰ੍ਹਾਂ, ਉਹਨਾਂ ਤੋਂ ਖੁਦਾ ਦਾ ਕਲਾਮ ਤੁਸੀਂ ਸਿੱਖ ਸਕਦੇ ਜੇ। ਬਹੁਤ ਸਾਰੇ ਸੰਡੇ ਸਕੂਲ ਨੇ ਜਿਨ੍ਹਾਂ 'ਚ ਆਪਣੇ ਬੱਚਿਆਂ ਨੂੰ ਕਰ ਸਕਦੇ ਜੇ ਤਾਂ ਕਿ ਉਹਨਾਂ ਦੀ ਤਰਬੀਅਤ ਜਿਹੜੀ ਖੁਦਾ ਦੇ ਕਲਾਮ ਦੇ ਮੁਤਾਬਕ ਹੋ ਸਕੇ। ਲਿਖਿਆ ਖੁਦਾ ਦੇ ਕਲਾਮ ਦੇ ਵਿੱਚ ਕਿ ਇਬਰਾਹਿਮ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਨੂੰ ਬੜੀ ਇਮਾਨਦਾਰੀ ਤੇ ਦਿਆਨਦਾਰੀ ਦੇ ਨਾਲ ਪੂਰਾ ਕਰਦਾ ਸੀ। ਖਾਨਦਾਨ ਦੇ ਵਿੱਚ ਬੀਵੀ, ਬੱਚੇ ਤੇ ਸਾਰੇ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ। ਔਰ ਸ਼ੋਹਰ ਜਿਹੜਾ ਹੈ ਉਹ
बीवी का सिर आ, सिर का मतलब ये नहीं कि आ सिर, ਇਹਦਾ मतलब है कि ਉਹ सब तो उत्ते है ਜਿਹੜਾ है ਉਹ ਤੋਂ ਉੱਤੇ खुदा आ, ठीक है। खुदा, फिर उस तो बाद शोर आ, फिर बीवी आ, ਤੇ फिर बच्चे ने। और ਇਹ ਬਹੁਤ ਜ਼ਰੂਰੀ ਹੈ। ਇੱਕ ਤਾਂ ਆਮ ਅਸੀਂ ਵੇਖਦੇ ਹਾਂ ਕਿ ਹਰ ਇੱਕ ਬਾਪ ਚਾਹੁੰਦਾ ਹੈ ਕਿ ਉਹਦੇ ਬੱਚੇ ਉਹਦੀ ਇੱਜ਼ਤ ਤੇ ਉਹਦੀ ਫਰਮਾ ਬਰਦਾਰੀ ਕਰਨ, ਉਹਦੀ ਗੱਲ ਨੂੰ ਮੰਨਣ। ਤੇ ਇਸ ਤਰ੍ਹਾਂ खुदा चाहता है कि असी भी ਉਹਦੇ ਬੱਚੇ हैं। देखा कि जितनों ने उसे कबूल किया उसने उसे खुदा के फरजंद बनने का हक बख्शा। यानी ਜਿਹੜੇ ਲੋਕ खुदा ਤੇ ईमान रखते, ਅਸੀਂ मसीह लोग खुदा ਤੇ ईमान रखते हैं, खुदा ਦੇ ਨਾਲ ਚੱਲਦੇ ਆ, ਤੇ ਸਾਨੂੰ ਉਹਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰਨ ਦੀ ਬਹੁਤ ਜ਼ਰੂਰਤ ਹੈ। ਇਹ ਬਹੁਤ ਸਾਰੇ ਖਾਨਦਾਨਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ, ਯਾਰ ਸਾਡੇ ਕੋਲ ਤਾਂ ਟਾਈਮ ਹੀ ਕੋਈ ਨਹੀਂਗਾ, ਸਾਡੇ ਕੋਲ ਤਾਂ ਅਸੀਂ ਤਾਂ ਅਨਪੜ੍ਹ ਹਾਂ, ਸਾਡੇ ਕੋਲ ਤਾਂ ਖਾਨਦਾਨ ਦੀਆਂ ਜ਼ਿੰਮੇਵਾਰੀਆਂ ਹੀ ਪੂਰੀਆਂ ਨਹੀਂ ਹੁੰਦੀਆਂ, ਸਾਡਾ ਤੇ ਕਲਾਮ ਨੂੰ ਪੜ੍ਹਨ ਦਾ ਦਿਲ ਹੀ ਨਹੀਂ ਲੱਗਦਾ, ਸਾਡਾ ਤੇ ਚਰਚ ਜਾਣ ਨੂੰ ਟਾਈਮ ਹੀ ਕੋਈ ਨਹੀਂਗਾ। ਮੇਰੇ ਸੀਜ਼ੋ, ਇੱਕ ਬੰਦਾ ਅਮੀਰ ਆਦਮੀ ਸੀ ਤੇ ਉਹਨੇ ਕਿਹਾ ਸੀ ਕਿ ਇਹ ਜਾਨ ਖਾ ਪੀ ਤੇ ਐਸ਼ ਕਰ, ਤੇਰੇ ਵਾਸਤੇ ਬਹੁਤ ਕੁਝ ਹੈ। ਤੇ ਖੁਦਾਵੰਦ ਨੇ ਕਿਹਾ ਸੀ ਅੱਜ ਤੇਰੀ ਜਾਨ ਤੇਰੇ ਤੋਂ ਲੈ ਲਈ ਜਾਏਗੀ। ਤੇ ਇਹ ਜਿਹੜਾ ਹੈ ਕਿੱਥੇ ਰਹੇਗਾ, ਕਿੱਥੇ ਜਾਏਗਾ? ਉੱਚੇ ਮਹਿਲ ਚਬਾਰੇ ਤੇਰੇ ਹੋਰਨਾਂ ਨੇ ਮੱਲ ਲੈਣੇ ਨੇ ਤੇ ਬਾਹਰ ਤੈਨੂੰ ਵੇਚਿਆ ਜਾਣਾ, ਛੋੜੇ ਕੇ ਲਾਉਣਗੇ। ਕਿੰਨਾ ਲਈ ਇਹ ਸਾਰੇ ਗੁਨਾਹ ਕਰਦਾ। ਇੱਕ ਬੰਦਾ ਸੀ ਤੇ ਉਹ ਬੁੱਢਾ ਹੋ ਗਿਆ, ਬੜਾ ਮਸਰੂਫ ਸੀ, ਬੜਾ ਮਗਰ ਨਹੀਂ था ਆਪਣੇ ਕੰਮ ਦੇ ਵਿੱਚ, ਤੇ ਬੜਾ ਵੱਡਾ ਬਿਜ਼ਨਸਮੈਨ ਸੀ। ਤੇ ਉਹਨੇ ਕੀ ਕੀਤਾ ਭਈ, ਇਸ ਤਰ੍ਹਾਂ ਕੀਤਾ ਕਿ ਜਦੋਂ ਉਹ ਬੜੇ ਕੰਮ ਦੇ ਵਿੱਚ ਰੁੱਝ ਆਏ ਤੇ ਖੁਦਾ ਦਾ ਫਰਿਸ਼ਤਾ ਆਇਆ ਤੇ ਕਹਿੰਦਾ ਵੀ ਆਪ ਹੀ ਤੇਰਾ ਜਾਣ ਦਾ ਹੁਣ ਵਕਤ ਹੋ ਗਿਆ। ਤੇ ਕਹਿੰਦਾ ਵੀ ਤੇਰੇ ਹੱਥ ਦੇ ਵਿੱਚ ਕੀ ਆ? ਕਹਿੰਦਾ ਵੀ ਇਹ ਬਰੀਫ ਕੇਸ ਆ। ਕਹਿੰਦਾ ਇਹਦੇ 'ਚ ਕੀ ਹੈ? ਕਹਿੰਦਾ ਤੇਰੀ ਚੀਜ਼ ਜਾਇਦਾਦ ਆ। ਕਹਿੰਦਾ ਵੀ ਮੈਨੂੰ ਥੋੜ੍ਹਾ ਟਾਈਮ ਦੇ, ਮੇਰੇ ਬੜੇ ਕੰਮ ਨੇ, ਮੈਂ ਕਰਕੇ ਫਿਰ ਜਾਣਾ ਵਾ। ਕਹਿੰਦਾ ਨਹੀਂ ਨਹੀਂ ਨਹੀਂ, ਚੱਲ ਚਲੀਏ ਹੁਣ। ਤੂੰ ਕਹਿੰਦਾ ਚੰਗਾ ਫਿਰ ਆ, ਬੈਗ ਖੋਲ ਕੇ ਵਿਖਾ ਕੀ ਇਹਦੇ ਵਿੱਚ। ਕਹਿੰਦਾ ਵੀ ਇਹ 'ਚ ਤੇਰੀ ਜਾਇਦਾਦ ਆ। ਕਹਿੰਦਾ ਤੇਰੇ ਬੀਵੀ ਬੱਚੇ ਨੂੰ? ਕਹਿੰਦਾ ਨਹੀਂ ਵੀ ਇੱਥੇ ਰਹਿ ਜਾਣੇ ਨੇ। ਕੀ ਮੇਰੀ ਧਨ ਦੌਲਤ ਆਉਂਦਾ ਇੱਥੇ ਹੀ ਰਹਿ ਜਾਣੀ ਆ। ਫਿਰ ਕਹਿੰਦਾ ਹੋਰ ਇਹਦੇ 'ਚ ਕੀ ਆ? ਉਹਨੇ ਖੋਲ ਕੇ ਵਿਖਾ, ਜਦੋਂ ਜ਼ਿੱਦ ਕੀਤੀ ਖੋਲ ਕੇ ਵਿਖਾਇਆ ਤੇ ਉਹ ਬਿਲਕੁਲ ਖਾਲੀ ਆ। ਮੇਰੇ ਜਦੋਂ ਕਦੀ ਕਦੀ ਇਸ ਦੁਨੀਆ ਦੇ ਵਿੱਚ ਰੁੱਝੇ ਰਹਿੰਦੇ ਆ ਤੇ ਅਸੀਂ ਖੁਦਾ ਵਾਸਤੇ ਕੁਝ ਨਹੀਂ ਕਰਦੇ, ਆਪਣੇ ਕੰਮਾਂ ਦੇ ਵਿੱਚ ਰੁੱਝੇ ਰਹਿੰਦੇ ਆ। ਫਿਰ ਜਦੋਂ ਅਸੀਂ ਉਹਨੂੰ ਮਿਲਦੇ ਆ, ਖੁਦਾ ਨੂੰ ਮਿਲਦੇ ਆ, ਤੇ ਫਿਰ ਸਾਡੀ ਕੋਈ ਗੱਲ ਨਹੀਂ ਬਣਦੀ। ਗੱਲ ਉਦੋਂ ਬਣਨੀ ਆ ਜਦੋਂ ਤੁਸੀਂ ਉਹਦੇ ਨਾਲ ਚੱਲੋ। ਇੱਕ ਬੜਾ ਖੂਬਸੂਰਤ ਸ਼ੇਰ ਆ ਕਿ ਅਸੀਂ ਸਭ ਕੁਝ ਵੀ ਕਰ ਲਈਏ, ਲੇਕਿਨ ਜੇ ਅਸੀਂ ਖੁਦਾ ਨੂੰ ਨਹੀਂ ਪਾਇਆ ਤੇ ਅਸੀਂ ਕੁਝ ਵੀ ਹਾਸਲ ਨਹੀਂ ਕੀਤਾ। ਦੂਜੀ ਗੱਲ ਜਿਹੜੀ ਇਹ 'ਚ ਪਾਈ ਜਾਂਦੀ ਆ ਉਹ ਇਹਦੇ ਵਿੱਚ ਇੱਜ਼ਤ ਤੇ ਇਹਤਰਾਮ ਕੀਤਾ ਜਾਂਦਾ ਹੈ ਔਰ ਹਰ ਇੱਕ ਨੂੰ ਉਹਦਾ ਹੱਕ ਦਿੱਤਾ ਜਾਂਦਾ ਹੈ। ਦੂਜੀ ਗੱਲ ਜਿਹੜੀ ਲਿਖਿਆ ਹੈ ਵੀ ਇਹ ਖੁਦਾ ਤਰਸ ਮਾਂ, ਗॉड ਫੀਅਰਿੰਗ ਮਦਰ। ਹੁਣ ਮੇਰੀ ਗੱਲ ਇੱਕ ਗੌਰ ਨਾਲ ਸੁਣ ਲਓ, ਮਾਂ ਤੇ ਉਦੋਂ ਹੀ ਖੁਦਾ ਦਾ ਖੌਫ ਰੱਖੇਗੀ ਜਦੋਂ ਉਹ ਖੁਦਾ ਦੇ ਨਾਲ ਚੱਲਦੇ। ਸਵੇਰ ਉੱਠ ਕੇ ਦੁਆ ਕਰਦੀ ਆ, ਸ਼ਾਮ ਨੂੰ ਸੌਣ ਤੋਂ ਪਹਿਲੇ ਦੁਆ ਕਰਦੀ ਆ, ਦੁਪਹਿਰ ਨੂੰ ਆਪਣੇ ਬੱਚਿਆਂ ਨੂੰ ਦੱਸਦੀ ਹੈ ਕਿ ਦੁਆ ਕਰਕੇ ਫਿਰ ਖਾਣਾ ਖਾਓ। ਦੁਆ ਖੁਦਾ ਕੀ ਹੁੰਦਾ ਹੈ, ਖੁਦਾ ਦਾ ਖੌਫ ਕੀ ਆ, ਕਿਤਨਾ ਸੀ ਗੱਲ ਨੂੰ ਮੰਨਣਾ, ਕਿਤਨਾ ਸੀ ਆਪਣੇ ਖੁਦਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਕਾਇਮ ਦਾਇਮ ਰੱਖਣਾ ਤੇ ਕਿਤਨਾ ਉਹਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰਨੀ ਆ। ਪਰ ਮਾਂ ਨੂੰ ਉਦੋਂ ਹੀ ਆਏਗਾ ਜੇ ਮਾਂ ਨੂੰ ਕੁਝ ਪਤਾ ਹੈ। ਜੇ ਮਾਂ ਸਿਰਫ ਆਪਣੇ ਕੰਮਾਂ 'ਚ ਰੁੱਝੀ ਰਹੀ ਤੇ ਨਾ ਉਹਨੇ ਦੁਆ ਕੀਤੀ ਆ, ਹੋਰ ਕੰਮਾਂ ਵਾਸਤੇ ਸ਼ਾਇਦ ਉਹਦੇ ਕੋਲ ਬਹੁਤ ਸਾਰਾ ਕੰਮ ਹੋਵੇ ਲੇਕਿਨ ਖੁਦਾ ਵਾਸਤੇ ਕੋਈ ਕੰਮ ਨਹੀਂ, ਤੇ ਫਿਰ ਉਹਨੇ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ? ਕਹਿੰਦੇ ਨੇ ਕਿ ਇੱਕ ਮਾਂ ਜਿਹੜੀ ਹੈ ਉਹ ਕਾਮਯਾਬ ਇਨਸਾਨ ਮਾਸ਼ਰੇ ਦੇ। ਇਹ ਵੀ ਕਹਿੰਦੇ ਨੇ ਕਿ ਹਰ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਉਹ ਮਾਂ ਵੀ ਹੋ ਸਕਦੀ ਆ, ਉਹ ਭੈਣ ਹੋ ਸਕਦੀ ਆ, ਉਹ ਬੇਟੀ ਹੋ ਸਕਦੀ ਆ, ਉਹ ਬੀਵੀ ਹੋ ਸਕਦੀ ਆ, ਔਰ ਇਹ ਖਾਨਦਾਨ ਦੇ ਵਿੱਚ ਲੋਕ ਨੇ ਜਿਹੜੇ ਕਿ ਹੋ ਸਕਦੇ ਨੇ। ਤੇ ਜਦੋਂ ਉਹ ਖਾਨਦਾਨ ਦੀ ਅੱਛੇ ਤਰੀਕੇ ਨਾਲ ਮਨਸੂਬਾਬੰਦੀ ਕਰਦੀ ਆ ਤੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹਦਾ ਸ਼ੋਰ ਤੇ ਉਹਦਾ ਬੱਚੇ ਜਿਹੜੇ ਨੇ ਉਹਨੂੰ ਮੁਬਾਰਕ ਕਹਿੰਦੇ ਨੇ ਤੇ ਉਹਨੂੰ ਧੰਨ ਧੰਨ ਕਹਿੰਦੇ ਨੇ। ਮੇਰੇ ਸੀਜ਼ੋ, ਉਹਦੀ ਜ਼ਿੰਮੇਵਾਰੀ ਆ ਕਿ ਆਪਣੇ ਖਾਮਦ ਦੇ ਨਾਲ ਮਿਲ ਕੇ, ਆਪਣੇ ਸ਼ੋਰ ਦੇ ਨਾਲ ਮਿਲ ਕੇ, ਆਪਣੇ ਬੰਦੇ ਦੇ ਨਾਲ ਮਿਲ ਕੇ ਆਪਣੇ ਖਾਨਦਾਨ ਦੀ ਜਿਹੜੀ ਉਹ ਮਸੀਹੀ ਤੌਰ ਤਰੀਕੇ ਦੇ ਮੁਤਾਬਕ ਪਰਵਰਿਸ਼ ਕਰੇ। ਉਹਨੂੰ ਵਫਾਦਾਰ ਹੋਣਾ ਚਾਹੀਦਾ ਹੈ, ਉਹਨੂੰ ਮੁਖਲਸ ਹੋਣਾ ਚਾਹੀਦਾ ਹੈ, ਉਹਨੂੰ ਇੱਜ਼ਤ ਕਰਨੀ ਚਾਹੀਦੀ ਆ। ਔਰ ਇਹੋ ਜਿਹੜੀ ਇੱਜ਼ਤ ਆ ਉਹ ਜੋ ਤੁਹਾਡੇ ਬੱਚੇ ਤੁਹਾਨੂੰ ਵੇਖਦੇ ਨੇ ਕਿ ਸਾਡਾ ਮਾਂ ਬਾਪ ਇੱਕ ਦੂਜੇ ਦੀ ਇੱਜ਼ਤ ਕਰਦੇ ਨੇ,
ਇੱਕ ਦੂਜੇ ਦੀ ਫਰਮਾਬਰਦਾਰੀ ਕਰਦੇ ਨੇ, ਖਾਨਦਾਨ ਦੀ ਤਰੱਕੀ ਵਾਸਤੇ ਕੰਮ ਕਰਦੇ ਨੇ, ਆਪਣੀ ਮਸੀਹੀ ਰੂਹਾਨੀ ਜ਼ਿੰਦਗੀ ਨੂੰ ਕਾਇਮ ਦਾਇਮ ਰੱਖਦੇ ਨੇ, ਚਰਚ ਜਾਂਦੇ ਨੇ ਤੇ ਇੱਕ ਕਾਮਯਾਬ ਤੇ ਫਤਿਹਮੰਦ ਮਸੀਹੀ ਬਣ ਜਾਂਦਾ ਹੈ। ਇਸ ਤੋਂ ਇਲਾਵਾ ਤੀਜੀ ਗੱਲ ਜਿਹੜੀ ਹੈ ਇਹਦੇ ਵਿੱਚ ਤੀਜਾ ਆਮ ਜੋਸ਼ ਜਿਹੜਾ ਵਾ ਉਹ ਖੁਦਾ ਤਰਸ ਬੱਚੇ, ਗॉड ਫੀਅਰਿੰਗ ਚਿਲਡਰਨ। ਜਦੋਂ ਮਾਂ-ਬਾਪ ਜਿਹੜਾ ਹੈ ਉਹ ਖੁਦਾ ਦੇ ਕਲਾਮ ਦੇ ਮੁਤਾਬਕ ਚੱਲਦੇ ਤੇ ਉਹਦੇ ਖੌਫ ਚ ਰਹਿੰਦੇ ਨੇ, ਖੁਦਾ ਦੀ ਕਲਾਮ ਦੀ ਫਰਮਾਬਰਦਾਰੀ ਕਰਦੇ ਨੇ, ਖੁਦਾ ਹਰ ਲਿਹਾਜ਼ ਨਾਲ ਉਹਨੂੰ ਬਰਕਤ ਦਿੰਦਾ ਹੈ ਤੇ ਫਿਰ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਤੋਂ ਸਿੱਖਦੇ ਨੇ ਤੇ ਉਹ ਵੀ ਚਰਚ ਜਾਂਦੇ ਨੇ, ਉਹ ਵੀ ਦੁਆ ਕਰਦੇ ਨੇ, ਉਹ ਵੀ ਕਲਾਮ ਨੂੰ ਪੜ੍ਹਦੇ ਨੇ ਤੇ ਉਹ ਵੀ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰਦੇ ਨੇ। ਮੇਰੇ ਅਜ਼ੀਜ਼ੋ, ਕਾਮਯਾਬ ਮਸੀਹੀ ਘਰਾਣੇ ਦਾ ਰਾਜ਼ ਜਿਹੜਾ ਹੈ ਉਹ ਮੈਂ ਪੁੱਛਿਆ ਸੀ ਕਿ ਕਾਹਦੇ 'ਚ ਪੋਸ਼ੀਦਾ ਹੈ। ਕਾਮਯਾਬ ਜ਼ਿੰਦਗੀ, ਕਾਮਯਾਬ ਮਸੀਹੀ ਘਰਾਣੇ ਦਾ ਰਾਜ਼ ਜਿਹੜਾ ਹੈ ਉਹ ਦੁਆਇਆ ਜ਼ਿੰਦਗੀ ਦੇ ਵਿੱਚ ਪੋਸ਼ੀਦਾ ਹੈ, ਉਹਦੇ 'ਚ ਛੁਪਿਆ ਹੋਇਆ ਹੈ। ਜਦੋਂ ਅਸੀਂ ਦੁਆ ਕਰਦੇ ਹਾਂ ਤੇ ਲਿਖਿਆ ਹੈ ਕਿ ਜਿੱਥੇ 2 ਜਾਂ 3 ਮੇਰਾ ਨਾਮ ਲੈ ਕੇ ਹਾਜ਼ਰ ਹੋਣਗੇ ਮੈਂ ਉੱਥੇ ਹਾਜ਼ਰ ਤੇ ਮੌਜੂਦ ਹੋਵਾਂਗਾ। ਫਿਰ ਖੁਦਾਵੰਦ ਕਹਿੰਦਾ ਤੂੰ ਮੈਨੂੰ ਪੁਕਾਰੇਂਗਾ ਤੇ ਮੈਂ ਤੇਰੀ ਸੁਣਾਂਗਾ ਤੇ ਤੈਨੂੰ ਜਵਾਬ ਦਾਂਗਾ ਤੇ ਬੜੀਆਂ ਵੱਡੀਆਂ ਗੱਲਾਂ ਜਿਨ੍ਹਾਂ ਤੂੰ ਨਹੀਂ ਜਾਣਦਾ ਤੇਰੇ ਤੇ ਜ਼ਾਹਰ ਕਰਾਂਗਾ। ਫਿਰ ਖੁਦਾਵੰਦ ਸਾਨੂੰ ਰਾਹ ਦਿਖਾਏਗਾ, ਫਿਰ ਜਿਹੜੇ ਕੰਮ ਨੂੰ ਵੀ ਅਸੀਂ ਹੱਥ ਲਾਵਾਂਗੇ ਉਹ ਬਰਕਤ ਦਾ ਬਾਇਸ ਹੋਏਗਾ। ਤੇ ਖੁਦਾ ਦਾ ਕਲਾਮ ਯੂਹੰਨਾ ਦੀ ਇੰਜੀਲ 15 ਬਾਬ 'ਚ ਲਿਖਿਆ ਹੈ ਕਿ ਮੈਂ ਅੰਗੂਰ ਦਾ ਹਕੀਕੀ ਦਰਖਤ ਹਾਂ ਤੇ ਤੂੰ ਮੇਰੀ ਡਾਲੀਆਂ। ਡਾਲੀਆਂ ਅਸੀਂ ਇਸੇ ਤਰੀਕੇ ਨਾਲ ਉਹਨਾਂ ਜੁੜ ਸਕਦੇ ਤੇ ਬਹੁਤ ਸਾਰਾ ਫਲ ਲਿਆ ਸਕਦੇ ਹਾਂ ਜੇ ਅਸੀਂ ਖੁਦਾਵੰਦ ਯਿਸੂ ਮਸੀਹ ਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰਦੇ, ਦੁਆ ਕਰਦੇ ਤੇ ਹਰ ਰੋਜ਼ ਦੁਆ ਦੇ ਜ਼ਰੀਏ ਉਹਦੇ ਨਾਲ ਜੁੜੇ ਹੋਏ ਹਾਂ। ਦੂਜੀ ਗੱਲ ਜਿਹੜੀ ਮੁਹੱਬਤ ਹੈ, करंती देखा लिखा है कि गर्ज ईमान उम्मीद मोहब्बत तीनों दायमी है लेकिन इनमें मोहब्बत जो है वह सबसे अफजल है। मोहब्बत जी है वह बहुत सारे चीज़ों से पर्दा पा लेती है। और मैं तो दस कि एक माँ की एक दफा का जिक्र है कि कोरियन जोड़ा सी वो अमरीका दे विच अपने मिशन ते गए तो जो मियाँ बीवी तुरे जाण डे, सर्दी का बड़ा मौसम सी तो एक पुल चों दी लंघण डे ने ते पुल ते लंघदियां उन्होंने एक बच्चे दे रोण की आवाज़ आउंदी आ ते जदों वो रोण की आवाज़ सुन के थल्ले जाते हैं पुल नूं वेखण वास्ते ते उत्थे एक औरत मिलदी आ जिहड़ी कि हबशी आ, अफ्रीकन आ ते औरत मरी हुई है लेकिन बच्चा जिहड़ा कपड़े च लपेटिया वो लागे रोण पिया है। तो बाद च पता लगा कि ये औरत जिहड़ी सी ਇਹਨੂੰ ਇਹਦੇ ਖਾਨ ਜਿੱਥੇ ਕੰਮ ਕਰਦੀ ਉਹਨਾਂ ਬੜਾ ਸਤਾਇਆ ਸੀ। ਇਹ ਔਰਤ ਹਾਮਲਾ ਸੀ, ਬੱਚੇ ਨੂੰ ਪੈਦਾ ਕਰਨ ਵਾਲੀ ਸੀ, ਉਹ ਦੋਨਾਂ ਨੂੰ ਮਾਰਨ ਲੱਗੇ ਸਨ। ਤੇ ਕੀ ਹੋਇਆ ਭਈ ਇਹ ਔਰਤ ਇਸ ਪੁਲ ਦੇ ਥੱਲੇ ਆਈ ਆ, ਇਹਨੇ ਆਣ ਕੇ ਆਪਣੇ ਬੱਚੇ ਨੂੰ ਜਨਮ ਦਿੱਤਾ, ਆਪਣੇ ਆਪ ਨੂੰ ਮਾਰ ਲਿਆ ਹੈ ਲੇਕਿਨ ਆਪਣੇ ਬੱਚੇ ਨੂੰ ਬਚਾ ਲਿਆ ਹੈ। ਔਰ ਇਸੇ ਤਰ੍ਹਾਂ ਖੁਦਾ ਨੇ ਆਪਣੀ ਮੁਹੱਬਤ ਨੂੰ ਸਾਡੇ ਨਾਲ ਜ਼ਾਹਿਰ ਕੀਤਾ ਹੈ ਕਿ ਉਹਨੇ ਆਪਣਾ ਬੇਟਾ ਦੇ ਦਿੱਤਾ ਹੈ ਪਰ ਸਾਨੂੰ ਉਹਨੇ ਬਚਾ ਲਿਆ ਹੈ। ਔਰ ਤੀਜੀ ਗੱਲ ਹੈ ਕਿ ਖੁਦਾ ਦਾ ਖੌਫ ਤੇ ਖੁਦਾ ਦੇ ਕਲਾਮ ਦੀ ਫਰਮਾਬਰਦਾਰੀ। ਜਿੰਨੀ ਦੇਰ ਤੱਕ ਜਿਹੜਾ ਹੈ ਅਸੀਂ ਖੁਦਾ ਦੇ ਕਲਾਮ ਤੇ ਅਮਲ ਨਹੀਂ ਕਰਦੇ, ਜਿੰਨੀ ਦੇਰ ਤੱਕ ਅਸੀਂ ਖੁਦਾ ਦੀ ਮਰਜ਼ੀ ਦੇ ਮੁਤਾਬਕ ਜ਼ਿੰਦਗੀ ਬਸਰ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਬਰਕਤ ਨਹੀਂ ਪਾ ਸਕਦੇ। ਇਸ ਵਾਸਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਵੇਖੋ ਮਿਹਨਤ ਕਰਦਾ ਹਾਂ, ਹੱਥ ਜੋੜ ਕੇ ਮਿਹਨਤ ਕਰਦਾ ਹਾਂ ਕਿ ਸਾਡਾ ਮਸੀਹੀ ਘਰਾਣਾ ਜਿਹੜਾ ਹੈ ਇਹਨੂੰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇ ਅੱਜ ਅਸੀਂ ਆਪਣੇ ਆਪ ਨੂੰ ਸੰਵਾਰ ਲਈਏ ਤੇ ਖੁਦਾ ਦੇ ਕਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕਰੀਏ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਬਰਕਤ ਪਾਉਣਗੀਆਂ ਤੇ ਉਹਨਾਂ ਦੇ ਵਸੀਲੇ ਦੇ ਨਾਲ ਹੋਰ ਵੀ ਜਿਹੜੇ ਨੇ ਲੋਕ ਬਰਕਤ ਪਾਉਣਗੇ। ਔਰ ਇਸ ਤਰ੍ਹਾਂ ਖੁਦਾ ਦੇ ਕਲਾਮ ਦੀ ਰੋਸ਼ਨੀ ਤੇ ਖੁਦਾ ਦਾ ਨੂਰ ਜਿਹੜਾ ਹੈ ਉਹ ਮਸੀਹੀ ਘਰਾਣੇ ਚੋਂ ਨਿਕਲ ਕੇ ਤੇ ਦੂਜਿਆਂ ਤੱਕ ਵੀ ਪਹੁੰਚੇਗਾ ਤਾਂ ਕਿ ਸਾਰਿਆਂ ਨੂੰ ਉਹਦੀ ਰੋਸ਼ਨੀ ਪਹੁੰਚੇ ਤੇ ਕਿਸੇ ਨੂੰ ਠੋਕਰ ਨਾ ਲੱਗੇ। ਮੇਰੀ ਦੁਆ ਹੈ ਕਿ ਖੁਦਾਵੰਦ ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਬਖਸ਼ੇ। ਆਮੀਨ।